ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਅੱਜ ਦਾ ਸ਼ੋਅ ਇਹ ਲਾਈਵ ਰਹੇਗਾ ਜੀ। ਤੁਸੀਂ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਸਵਾਲ ਪੁੱਛ ਸਕਦੇ ਹੋ। ਜਿਹੜਾ ਨੰਬਰ ਤੁਹਾਡੇ ਸਕਰੀਨ ਤੇ ਫਲੈਸ਼ ਹੋ ਰਿਹਾ ਉੱਤੇ ਕਾਲ ਕਰਨੀ ਹੈ ਤੇ ਸਾਡੇ ਨਾਲ ਆਪਣਾ ਸਵਾਲ ਸਾਂਝਾ ਕਰਨਾ ਹੈ ਸਟੂਡੈਂਟ ਵੀਜ਼ਾ ਸੰਬੰਧੀ ਜਾਂ ਟੂਰਿਸਟ ਵਿਜ਼ਟਰ ਸੰਬੰਧੀ। ਮਨ ਦੇ ਵਿੱਚ ਡਾਊਟ, ਕਨਫਿਊਜ਼ਨ ਕੁਝ ਵੀ ਕ੍ਰੀਏਟ ਕਰਦਾ ਤੇ ਸਾਡੇ ਐਕਸਪਰਟ ਅੱਜ ਕੋਸ਼ਿਸ਼ ਕਰਨਗੇ ਉਹਨੂੰ ਹੱਲ ਕਰਨ ਦੀ, ਲਾਈਵ ਕਾਲ ਕਰਕੇ ਜਾਂ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ। ਉਹ ਜਦੋਂ ਤੁਸੀਂ ਆਫਿਸ ਵਿਜ਼ਿਟ ਕਰਨਾ, ਉਹ ਵੀ ਕੋਈ ਪੈਸਾ ਨਹੀਂ ਦੇਣਾ, ਫ੍ਰੀ ਆਫ ਕਾਸਟ ਜਿਹੜੀ ਗੱਲਬਾਤ ਹੈ ਤੁਸੀਂ ਇਹਨਾਂ ਦੇ ਦਫ਼ਤਰ ਪਹੁੰਚ ਕੇ ਕਾਉਂਸਲਿੰਗ ਲੈ ਕੇ ਕਰ ਸਕਦੇ ਹੋ। ਸਾਰੀ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਸੈਟਲਿੰਗ ਅਬਰਾਡ ਤੋਂ ਗੌਰਵ ਤਲਵਾਰ ਜੀ ਨੂੰ। ਗੌਰਵ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਗੌਰਵ ਜੀ ਮੌਜੂਦ ਰਹਿਣਗੇ ਜੀ ਸਾਡੇ ਨਾਲ। UK, ਆਸਟ੍ਰੇਲੀਆ, ਕੈਨੇਡਾ, ਕੋਈ ਵੀ ਮਨ ਦੇ ਵਿੱਚ ਸਵਾਲ ਹੈ ਯੂਰਪੀਅਨ ਕੰਟਰੀ ਨੂੰ ਲੈ ਕੇ ਪੁੱਛ ਸਕਦੇ ਹੋ। ਭਾਜੀ, ਓਵਰਆਲ ਸਿਨੈਰੀਓ ਕੀ ਹੈ? ਕਿਉਂਕਿ ਦੁਬਾਰਾ ਕੋਵਿਡ ਦੀ ਸਥਿਤੀ, ਦੁਬਾਰਾ ਜਿਹੜਾ ਫਿਰ ਲਾਕਡਾਊਨਸ ਦੀ ਖਬਰਾਂ ਆਉਣੀਆਂ, ਕਿਵੇਂ ਦੇਖ ਰਹੇ ਹੋ ਇਹਨੂੰ? ਦੇਖੋ, ਗੱਲ ਇੱਦਾਂ ਹੈ ਅਮਨ ਜੀ, ਇਹ ਟੈਂਪਰੇਰੀ ਫੇਜ਼ ਹੈ ਕਿਉਂਕਿ ਜੋ ਇੱਕ UK ਸੀ ਜੋ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ, ਟਰੈਵਲ ਹੋ ਰਹੇ ਸੀ, ਬਟ UK ਵਿੱਚ ਹੁਣ ਉਹਨਾਂ ਨੇ 31 ਤੱਕ ਬੰਦ ਕਰਤਾ। ਬਟ ਮੈਨੂੰ ਲੱਗਦਾ ਨਵੇਂ ਸਾਲ ਦੇ ਵਿੱਚ ਸਾਨੂੰ ਪ੍ਰੋਬਲਮ ਨਹੀਂ ਆਏਗੀ। ਨਵੇਂ ਸਾਲ ਦੇ ਵਿੱਚ ਦੁਬਾਰਾ ਤੋਂ ਇਹ ਸ਼ੁਰੂ ਹੋ ਜਾਊਗਾ ਟਰੈਵਲ। ਦੂਜੀ ਚੀਜ਼, ਪਾਸਪੋਰਟਸ ਜੋ ਸਟਿੱਕਰ ਲੱਗ ਕੇ ਕੈਨੇਡਾ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਸਭ ਤੋਂ ਵਧੀਆ ਖਬਰ ਜੋ ਆ ਰਹੀ ਹੈ ਉਹ ਇਸ ਸਮੇਂ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਸਾਨੂੰ ਦੁਬਾਰਾ ਵੀਜ਼ਾਜ਼ ਗ੍ਰਾਂਟ ਹੋ ਰਹੇ ਆ ਔਰ ਮੈਨੂੰ ਬਹੁਤ ਜ਼ਿਆਦਾ ਉਮੀਦ ਹੈ ਔਰ ਮੈਂ ਕਹਿ ਰਿਹਾ ਕਿ ਜਨਵਰੀ 21 ਵਿੱਚ ਅਸੀਂ ਲੈਵਲ 2 ਦੇ ਵਿੱਚ ਵਾਪਸ ਜੋ ਹੈ ਉਹ ਆ ਜਾਵਾਂਗੇ। ਤਾਂ ਜੋ ਸਾਡੀ ਲੈਵਲ 2 ਦੀ ਕਾਲਜ ਯੂਨੀਵਰਸਿਟੀਜ਼ ਹੈ ਉਹਨਾਂ ਵਿੱਚ ਵੀ ਹੁਣ ਵੀਜ਼ਾ ਜੋ ਹੈ ਬਹੁਤ ਈਜ਼ੀਲੀ ਨਿਕਲ ਰਿਹਾ। ਸ਼ਰਤ ਹੈ ਕੋਈ ਡਾਕੂਮੈਂਟ ਤੁਹਾਡਾ ਫਰਾਡੈਂਟ ਨਾ ਹੋਵੇ, ਕੋਈ ਡਾਕੂਮੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਤੁਸੀਂ ਇਹ ਸਮਝ ਲਓ ਕਿ ਫੇਕ ਨਾ ਹੋਵੇ ਤਾਂ ਕਿ ਐਮਬੈਸੀ ਤੁਹਾਨੂੰ ਮਜਬੂਰਨ ਰਿਫਿਊਜ਼ ਕਰ ਸਕੇ। ਜਿਹੜਾ ਲੈਵਲ 2 ਦੀ ਭਾਜੀ ਨੇ ਗੱਲ ਕੀਤੀ ਹੈ, ਅਸੈਸਮੈਂਟ ਲੈਵਲ ਦੀ ਗੱਲ ਹੈ, ਉਹ ਅਸੈਸਮੈਂਟ ਲੈਵਲ 2 ਦੀ ਗੱਲ ਹੈ ਜਿਹਦੇ ਵਿੱਚ ਪਹਿਲਾਂ ਵੀ ਇੰਡੀਆ ਸੀਗਾ, ਉਸ ਤੋਂ ਬਾਅਦ ਬਾਹਰ ਹੋ ਗਿਆ। ਸਕਸੈਸ ਉਹਦੇ 'ਚ ਕਿਹਾ ਜਾਂਦਾ ਹਾਈ ਹੈ, ਰਿਕੁਆਇਰਮੈਂਟਸ ਜਿਹੜੀ ਡਿਮਾਂਡ ਹੁੰਦੀ ਹੈ ਡਾਕੂਮੈਂਟ ਦੀ ਉਹ ਘੱਟ ਹੁੰਦੀ ਹੈ। ਬਟ ਫਿਲਹਾਲ ਦੀ ਘੜੀ ਅੱਜ ਦੇ ਦੌਰ 'ਚ ਜੇ ਆਸਟ੍ਰੇਲੀਆ ਦੀ ਤੁਸੀਂ ਗੱਲ ਸ਼ੁਰੂ ਕਰ ਹੀ ਲਈ ਹੈ, ਬਿਲਕੁਲ ਕਿਸ ਤਰ੍ਹਾਂ ਦੇ ਰਿਜ਼ਲਟਸ ਨੇ, ਕਿਹੜੀ ਪ੍ਰੋਫਾਈਲਸ ਨੂੰ ਰਿਜ਼ਲਟ? ਦੇਖੋ, ਰਿਜ਼ਲਟਸ ਇਹ ਹੈ ਕਿ ਸਭ ਤੋਂ ਚੀਜ਼ਾਂ ਆਸਟ੍ਰੇਲੀਆ ਹਮੇਸ਼ਾ ਦੋ ਚੀਜ਼ਾਂ 'ਚ ਕਨਵਰਟ ਹੁੰਦਾ। ਪਹਿਲਾ ਤੁਹਾਡਾ ਅਕੈਡਮਿਕਸ, ਅਗਰ ਅਕੈਡਮਿਕਸ ਵਧੀਆ ਹੈ ਤਾਂ ਫਿਰ ਗਰੁੱਪ 8 ਲੈਵਲ 1 ਇਹਦੀ ਕੋਈ ਵੀ ਯੂਨੀਵਰਸਿਟੀ ਤੁਸੀਂ ਲੈ ਲਓ, ਇਹਦੇ ਵਿੱਚ ਤੁਹਾਨੂੰ ਨਾ ਤਾਂ GT ਦੀ ਪ੍ਰੋਬਲਮ ਆਏਗੀ ਨਾ ਹੀ ਤੁਹਾਨੂੰ ਫੰਡਸ ਦੀ ਪ੍ਰੋਬਲਮ ਆਏਗੀ। ਬਟ ਇਹ ਯੂਨੀਵਰਸਿਟੀਜ਼ ਅਕੈਡਮਿਕਸ ਬਹੁਤ ਐਕਸੀਲੈਂਟ ਮੰਗਦੀਆਂ ਸਟੂਡੈਂਟਸ ਦਾ। ਹੁਣ ਆ ਜਾਓ ਦੂਜੀ ਤਰਫ, ਜੇ ਤੁਹਾਡੇ ਕੋਲ ਅਕੈਡਮਿਕਸ ਬਹੁਤ ਸਟਰੋਂਗ ਨਹੀਂ ਹੈ ਤਾਂ ਫਿਰ ਤੁਹਾਡੀ ਫੰਡਸ ਔਰ ਇਨਕਮ ਪ੍ਰੂਫ ਬਹੁਤ ਵਧੀਆ ਹੋਣਾ ਚਾਹੀਦਾ। ਫਿਰ ਤੁਸੀਂ ਲੈਵਲ 2 ਦੇ ਵਿੱਚ ਆ ਜਾਓ। ਲੈਵਲ 2 ਦੇ ਵਿੱਚ ਤੁਸੀਂ ਕੋਈ ਵੀ ਕਾਲਜ ਯੂਨੀਵਰਸਿਟੀ ਲੈ ਲਓ, ਫਿਰ ਤੁਹਾਨੂੰ GT ਕਲੀਅਰ ਕਰਨਾ ਪਏਗਾ ਔਰ ਪਲੱਸ ਤੁਹਾਡੇ ਕੋਲ ਫੰਡਸ ਬਹੁਤ ਸੋਲਿਡ ਹੋਣੇ ਚਾਹੀਦੇ ਆ। ਇਹ ਦੋਨੋਂ ਐਸਪੈਕਟਸ ਨੇ ਜੋ ਜਿਸ ਪੋਜੀਸ਼ਨ 'ਤੇ ਅਸੀਂ ਬੱਚੇ ਨੂੰ ਬਾਇਫਰੀਗੇਟ ਕਰ ਦਿੰਦੇ ਹਾਂ ਕਿ ਉਹਨੂੰ ਗਰੁੱਪ 8 ਦੇ ਵਿੱਚ ਲਾਵਾਂਗੇ ਜਾਂ ਉਹਨੂੰ ਲੈਵਲ 2 ਦੇ ਵਿੱਚ ਲਾਵਾਂਗੇ, ਫਿਰ ਆਟੋਮੈਟਿਕਲੀ ਵੀਜ਼ਾ ਜੋ ਹੈ ਵਿਦਿਨ 1 ਡੇ 3 ਡੇਜ਼ 4 ਡੇਜ਼ ਵੀਜ਼ਾ ਜੋ ਹੈ ਉਹ ਗ੍ਰਾਂਟ ਹੋ ਰਿਹਾ ਬੱਚੇ ਜੀ। ਕਾਲਸ ਵੱਲ ਵੀ ਚੱਲਦੇ ਹਾਂ ਜੀ। ਮੈਂ ਇੱਕ ਬੇਨਤੀ ਕਰ ਦਵਾਂ, ਕਾਲ ਲਾਈਨ ਤੋਂ ਪਹਿਲਾਂ ਇੱਕ ਤਾਂ ਰੇਂਜ 'ਚ ਰਹਿ ਕੇ ਕਾਲ ਕਰਨੀ ਹੈ ਜੀ, TV ਦੀ ਆਵਾਜ਼ ਹੌਲੀ ਕਰਕੇ ਕਾਲ ਕਰਨੀ ਹੈ ਅਤੇ ਆਪਣਾ ਸਵਾਲ ਕਿਰਪਾ ਕਰਕੇ ਸਿਰਫ ਸਟੂਡੈਂਟ ਵੀਜ਼ਾ ਸੰਬੰਧੀ ਜਿਹੜਾ ਉਹੀ ਰੱਖਣਾ ਹੈ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਮਨਜੀਤ ਗੱਲ ਕਰ ਰਹੀ ਹਾਂ ਨਵਾਂ ਸ਼ਹਿਰ ਤੋਂ। ਜੀ ਮੈਮ। ਹਾਂਜੀ ਸਰ ਮੈਂ ਪੁੱਛਣਾ ਸੀ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਦੇ ਬਾਰੇ। ਮੇਰੀ ਨਾ 5+2 ਹੈ, ਓਵਰਆਲ 60% ਹੈ ਆਰਟ ਸਟਰੀਮ ਦੇ ਨਾਲ, ਤੇ ਓਵਰਆਲ 6 ਤੇ 1 5.5 ਹੈ ਮੇਰੇ। ਕਿਹੜੇ ਈਅਰ ਪਲੱਸ 2 ਕਿਹੜੇ ਈਅਰ ਦੀ ਹੈ? ਤੇ ਪਲੱਸ 2 ਹੈ 2019 ਦੇ ਵਿੱਚ। ਓਕੇ ਜੀ। ਹਾਂਜੀ ਹਾਂਜੀ, ਤੇ ਮੈਂ ਆਪਣੇ ਆਸਟ੍ਰੇਲੀਆ ਦੀ ਪ੍ਰੋਫਾਈਲ ਪਤਾ ਕਰਨੀ ਸੀ ਕਿ ਆਸਟ੍ਰੇਲੀਆ ਦੇ ਇਸ ਟਾਈਮ ਵੀਜ਼ਾ ਓਪਨ ਨੇ। ਦੇਖੋ, ਬਿਲਕੁਲ ਅਸੀਂ ਕਹਿ ਰਹੇ ਹਾਂ, ਬਿਲਕੁਲ ਮੈਂ ਸਰ ਨੂੰ ਕਹੂੰਗਾ ਕਿ ਅਗਰ ਟੈਕਨੀਕਲੀ ਟੈਸਟਿੰਗ ਜੋ ਸਾਡੀ ਸਕਸੈਸ ਸਟੋਰੀਜ਼ ਆ, ਟੈਸਟੀਮੋਨੀਅਲਸ ਆ, ਉਹ ਵੀ ਅਗਰ ਚਲਾ ਪਾਉਣ, ਬਿਲਕੁਲ ਆਪਾਂ ਇਹ ਸ਼ੋਅ 'ਚ ਸਾਂਝੇ ਕਰਾਂਗੇ ਜੀ ਤੁਹਾਡੀ ਪ੍ਰੋਫਾਈਲ ਨਾਲ ਰਿਲੇਟਡ ਜਿਹੜੇ ਮਿਲਦੇ ਜੁਲਦੇ ਪ੍ਰੋਫਾਈਲ। ਬਿਲਕੁਲ ਉਹਦੇ ਨਾਲ ਇਹ ਪਤਾ ਲੱਗੂਗਾ ਕਿ ਹੁਣ ਆਸਟ੍ਰੇਲੀਆ, ਕਿਉਂਕਿ ਮੈਂ ਆਸਟ੍ਰੇਲੀਆ ਬਹੁਤ ਟਾਈਮ ਤੋਂ ਇਨ ਦਾ ਲੋਕਡਾਊਨ ਵੀ ਆਸਟ੍ਰੇਲੀਆ ਨੂੰ ਰਿਕਮੈਂਡ ਕਰਦਾ ਰਿਹਾ ਕਿਉਂਕਿ ਮੈਨੂੰ
ਪਰਸਨਲੀ ਵੀ ਆਸਟ੍ਰੇਲੀਆ ਦਾ ਲਿਵਿੰਗ ਸਟੈਂਡਰਡ, ਆਸਟ੍ਰੇਲੀਆ ਦੀ ਪਾਲਿਸੀਜ਼ ਬਹੁਤ ਅੱਛੀਆਂ ਨੇ। ਸੈਕਿੰਡ ਚੀਜ਼, ਅੱਜ ਆਸਟ੍ਰੇਲੀਆ ਫਿਰ ਦੁਬਾਰਾ ਉਸੇ ਪੱਧਰ ਤੇ ਹੈ ਔਰ ਮੈਂ ਫਿਰ ਹੁਣ ਕਹਿ ਰਿਹਾ ਕਿ ਜੋ ਨੈਕਸਟ ਇਨਟੇਕ ਹੈ ਉਹਦੇ ਵਿੱਚ ਅਗਰ ਤੁਸੀਂ ਆਸਟ੍ਰੇਲੀਆ ਜਾਣ ਦਾ ਰੁਝਾਨ ਰੱਖਦੇ ਹੋ ਤਾਂ ਆਸਟ੍ਰੇਲੀਆ ਵਿੱਚ ਕਰੀਅਰ ਬਣਾ ਸਕਦੇ ਹੋ। ਔਰ ਆਸਟ੍ਰੇਲੀਆ ਵਿੱਚ ਖਾਸ ਗੱਲ ਇਹ ਹੈ ਕਿ ਬਹੁਤ ਜਲਦੀ ਇਹ ਵੀ ਉਮੀਦ ਹੈ ਕਿ ਅਸੀਂ ਲੈਵਲ 2 ਵਿੱਚ ਵਾਪਸ ਆਵਾਂਗੇ। ਸੈਕਿੰਡ ਚੀਜ਼, ਤੁਸੀਂ +2 ਕਿਉਂਕਿ ਹੁਣ ਇਸ ਸਮੇਂ ਨਾ ਹਾਲੇ 2020 ਵਾਲੇ ਬੱਚੇ ਦੇ ਆਰ ਸਟਿਲ ਇਨ ਆਇਲਸ ਪ੍ਰੋਸੈਸ, ਬਟ ਮੈਂ ਫਿਰ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਪਦੀ ਸੀਟਸ ਜ਼ਰੂਰ ਲੈ ਲੈਣ ਕਿਉਂਕਿ ਬਹੁਤ ਸਾਰੀ ਜਗ੍ਹਾ 'ਤੇ ਮਈ ਵਿੱਚ ਕੋਈ ਓਪਨਿੰਗ ਨਹੀਂ ਹੈ। ਡਾਇਰੈਕਟ ਸੈਪਟੈਂਬਰ 21 ਦੀ ਓਪਨਿੰਗਸ ਜੋ ਹੈ ਉਹ ਇਸ ਸਮੇਂ ਆ ਰਹੀ ਹੈ, ਖਾਸ ਕਰ ਪੀਜੀ ਕੋਰਸਿਸ ਲਈ। ਅਗਰ ਪੀਜੀ ਵਾਲਾ ਕੋਈ ਕੋਰਸ ਮੰਗਦਾ ਗ੍ਰੈਜੂਏਟ ਬੱਚਾ 6.5 ਈਚ 6 ਵਾਲੇ ਬਹੁਤ ਸੇ ਬੱਚੇ ਨੇ ਜੋ ਇਸ ਸਮੇਂ ਕਿਊ ਦੇ ਵਿੱਚ ਨੇ ਔਰ ਮਈ ਦੇ ਵਿੱਚ ਦੇਰ ਇਜ਼ ਨੋ ਓਪਨਿੰਗ। ਚਾਹੇ ਉਹ ਖਾਸ ਕਰ ਬੱਚਾ ਅਲਬਰਟਾ ਮੰਗਦਾ, ਵਿਨੀਪੈਗ ਮੰਗਦਾ, ਇਸ ਤਰਫ ਮੰਗਦਾ ਤਾਂ ਉਹਨਾਂ ਨੂੰ ਕੋਈ ਓਪਨਿੰਗ ਨਹੀਂ ਹੈ। ਤੁਸੀਂ ਆਰਟਸ ਤੋਂ ਹੋ, ਤੁਸੀਂ ਡਿਗਰੀ ਡਾਇਰੈਕਟ ਲੈ ਸਕਦੇ ਹੋ ਕਿਉਂਕਿ ਜੋ ਪਰਸੈਂਟੇਜ ਹੈ ਉਹ 60 ਹੈ। 2019 ਪਾਸ ਆਊਟ ਹੋ, ਬਿਲਕੁਲ 100% ਯੂਨੀਵਰਸਿਟੀ ਆਫ ਮੈਲਬਨ ਜੋ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ ਟੌਪ 8 ਯੂਨੀਵਰਸਿਟੀਜ਼ ਦੇ ਵਿੱਚ ਅਸੀਂ ਤੁਹਾਨੂੰ ਰਿਕਮੈਂਡ ਕਰ ਸਕਦੇ ਹਾਂ। ਔਰ ਇਹ ਯੂਨੀਵਰਸਿਟੀਜ਼ ਤੁਹਾਡਾ ਪ੍ਰੋਫਾਈਲ, ਜੋ ਪ੍ਰੋਫਾਈਲ ਤੁਸੀਂ ਦੱਸ ਰਹੇ ਹੋ ਆਪਣੀ ਜ਼ਬਾਨੀ, ਉਸ ਦੇ ਅਕੋਰਡਿੰਗ ਐਕਸੈਪਟੇਬਲ ਹੈ। ਬਾਕੀ ਦੇਖ ਕੇ ਸਮਝ ਆਊਗਾ ਕਿ ਪ੍ਰੋਫਾਈਲ ਕੀ ਹੈ, ਕ੍ਰੈਡਿਟਸ ਕੀ ਨੇ। ਇਹਦੇ ਵਿੱਚ ਤੁਹਾਨੂੰ ਨਾ ਬਹੁਤ ਜ਼ਿਆਦਾ GT 'ਤੇ ਫਿਰ ਜ਼ੋਰ ਦੇਣ ਦੀ ਜ਼ਰੂਰਤ ਹੈ, ਨਾ ਫੰਡਸ ਵਾਲੇ ਪਾਸੇ ਬਹੁਤ ਜ਼ਿਆਦਾ ਆਉਣ ਦੀ ਜ਼ਰੂਰਤ ਹੈ। ਅਗਰ ਇਹ ਯੂਨੀਵਰਸਿਟੀਜ਼ ਤੁਹਾਨੂੰ ਰਿਪਰੈਜ਼ੈਂਟ ਕਰਦੀਆਂ ਤਾਂ ਡੈਫੀਨੇਟਲੀ ਵੀਜ਼ਾ ਜੋ ਹੈ ਉਹ ਤੁਹਾਡਾ ਗ੍ਰਾਂਟ ਹੋ ਜਾਂਦਾ। ਭਾਜੀ ਜਦੋਂ ਗੱਲ ਹੁੰਦੀ ਹੈ ਅੱਜ ਆਸਟ੍ਰੇਲੀਆ ਦੀ 1 'ਚ 5.5 ਜਾਂ 2 'ਚ 5.5 ਵਾਲਿਆਂ ਦੀ ਜਾਂ ਓਵਰਆਲ 5.5 ਵੀ ਪ੍ਰਮੋਟ ਹੋ ਰਿਹਾ, ਉਹ ਜ਼ਿਆਦਾਤਰ ਬੱਚਿਆਂ ਨੂੰ ਡਿਪਲੋਮਾ 'ਚ ਹੀ ਭੇਜਣ ਦੀ ਗੱਲ ਹੁੰਦੀ ਹੈ, ਪ੍ਰਾਈਵੇਟ ਕਾਲਜਿਸ 'ਚ ਭੇਜਣ ਦੀ ਗੱਲ ਹੁੰਦੀ ਹੈ। ਕੀ ਸਿਰਫ ਡਿਪਲੋਮਾ ਹੀ ਮਿਲਦਾ ਜਾਂ ਡਿਗਰੀ, ਲੀਡਿੰਗ ਟੂ ਡਿਗਰੀ ਵੀ ਆਪਸ਼ਨਸ ਹੁੰਦੀਆਂ ਨੇ? ਨਹੀਂ, ਲੀਡਿੰਗ ਟੂ ਡਿਗਰੀ ਆਪਸ਼ਨਸ ਹੈ। ਹੁਣ ਪ੍ਰੋਬਲਮ ਇਹ ਹੈ ਕਿ ਤੁਸੀਂ ਦੇਖੋ ਅਗਰ ਓਵਰਆਲ 5.5 ਹੈ ਤਾਂ ਫਿਰ ਇੱਕ ਵਾਰੀ ਆਇਲਸ ਤੁਹਾਨੂੰ ਜ਼ਰੂਰ ਦੇ ਦੇਣਾ ਚਾਹੀਦਾ ਜੀ, ਕਿਉਂਕਿ ਕਿਤੇ ਨਾ ਅੱਛਾ ਜੇ 2 'ਚ 5.5 ਹੈ 2 ਫਿਰ ਕੋਈ ਪ੍ਰੋਬਲਮ ਨਹੀਂ, ਓਵਰਆਲ 6 ਹੈ ਕਿਉਂਕਿ ਓਵਰਆਲ 6 2 'ਚ 5.5 ਹੁਣ ਕੈਨੇਡਾ ਵਾਲੇ ਜਿਹੜੇ ਜ਼ਿਆਦਾਤਰ ਕਹਿ ਰਹੇ ਆ ਵੀ ਨਹੀਂ ਲੱਗਣਾ ਵੀਜ਼ਾ। ਬਿਲਕੁਲ, ਉਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਕਿ ਇਸ ਸਮੇਂ ਆਸਟ੍ਰੇਲੀਆ ਓਪਨਿੰਗ ਕਰ ਚੁੱਕਿਆ ਹੈ ਜੀ। ਆਸਟ੍ਰੇਲੀਆ ਓਵਰਆਲ 6 2 ਵਿੱਚ 5.5 ਨੂੰ ਦੇ ਰਿਹਾ ਵੀਜ਼ਾ। ਹੁਣ ਗੱਲ ਇੱਥੇ ਆ ਗਈ ਕਿ ਇਸ ਚੱਕਰ ਵਿੱਚ 5.5 ਵਾਲਿਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਉਹਦੀ ਗੱਲ ਇਹ ਹੈ ਕਿ ਇਸ ਸਮੇਂ ਪ੍ਰਮੋਸ਼ਨ ਫਿਰ ਉਹ ਯੂਕੇ ਵਾਲੀ ਆ ਗਈ, 40% ਨੰਬਰ ਹੈ ਜੀ, 5.5 ਬੈਂਡ ਹੈ ਜੀ, 2012 13 14 ਪਾਸ ਆਊਟ ਹੋ ਆਸਟ੍ਰੇਲੀਆ ਆ ਜਾਓ। ਤਾਂ ਉਹਦੇ ਵਿੱਚ ਇਹੀ ਉਹਨਾਂ ਨੇ ਕਰਨਾ ਕਿ ਸਿਰਫ ਪ੍ਰਾਈਵੇਟ ਕਾਲਜਿਸ ਵਿੱਚ ਲਾ ਦੇਣਾ। ਤਾਂ ਜੇ ਪ੍ਰਾਈਵੇਟ ਕਾਲਜ ਤਾਂ ਇਹ ਚੱਲੂਗਾ ਅਗਰ ਅਸੀਂ ਲੈਵਲ 2 ਵਿੱਚ ਆਵਾਂਗੇ। ਜੇ ਅਸੀਂ ਲੈਵਲ 2 ਵਿੱਚ ਜਦ ਤੱਕ ਨਹੀਂ ਆਉਂਦੇ ਤਦ ਤੱਕ ਇਹ ਫਾਰਮੂਲਾ ਕਾਮਯਾਬ ਨਹੀਂ ਹੋਣਾ। ਇਸ ਫਾਰਮੂਲੇ ਵਿੱਚ ਤੁਹਾਨੂੰ ਹੋ ਸਕਦਾ ਹੈ ਕਿ 10 ਵਿੱਚੋਂ ਕਿਸੇ 1 2 3 ਦਾ ਵੀਜ਼ਾ ਆ ਜਾਏ, ਬਟ ਮੈਕਸਿਮਮ ਨਹੀਂ ਆਊਗਾ। ਠੀਕ ਹੈ। ਤੀਜੀ ਚੀਜ਼, ਲੀਡਿੰਗ ਟੂ ਡਿਗਰੀ ਤੁਹਾਡੇ ਕੋਲ ਵਧੀਆ ਆਪਸ਼ਨ ਹੈ, ਬਟ ਫਿਰ ਉੱਥੇ ਗੱਲ ਇਹ ਆਉਂਦੀ ਹੈ ਕਿ ਮੈਕਸਿਮਮ ਯੂਨੀਵਰਸਿਟੀਜ਼ ਦੇ ਡਿਨਾਈਡ। ਮੈਕਸਿਮਮ ਤੁਸੀਂ ਸਾਡੇ ਕੋਲ ਆਉਂਦੇ ਹੋ, ਅਸੀਂ ਤੁਹਾਨੂੰ ਕਹਿੰਦੇ ਨਹੀਂ ਜੀ ਜਾਂ ਇਹ ਇੰਪਰੂਵ ਕਰੋ ਜਾਂ ਇਹ ਫੰਡਸ ਦਿਓ ਜਾਂ ਇੰਨਾ ਡਿਪੋਜ਼ਿਟ ਕਰੋ। ਫਿਰ ਸੈਕਿੰਡ ਤੁਹਾਨੂੰ ਆਪਸ਼ਨ ਮਿਲਦੀ ਹੈ 5.5 ਹੈ ਜੀ, ਪੈਸੇ ਵੀਜ਼ਾ ਤੋਂ ਬਾਅਦ ਦੇ ਦੇਣਾ, ਪੈਕੇਜ ਮੈਂ ਵੀ ਦੇਣਾ, ਬਟ ਫਿਰ ਪੈਕੇਜ ਦਿੰਦੇ ਹਾਂ ਤਾਂ ਫਿਰ ਉਹਦੇ ਵਿੱਚ ਤੁਹਾਨੂੰ ਡਿਪੋਜ਼ਿਟਸ ਦੀ ਪ੍ਰੋਬਲਮ ਆਉਂਦੀ ਹੈ। ਬਟ ਪੈਕੇਜ ਦੇਣ ਦਾ ਵੀ ਫਾਇਦਾ ਤਾਂ ਹੈ ਨਾ ਜੇ ਵੀਜ਼ਾ ਲੱਗੇ। ਸਿਰਫ ਤੁਹਾਡੇ ਤੇ ਲਾਟਰੀ ਖੇਲਣ ਦਾ ਫਾਇਦਾ ਨਹੀਂ ਨਾ, ਕੱਲ੍ਹ ਨੂੰ ਤੁਹਾਨੂੰ ਇਕੱਲਾ ਰਿਫਿਊਜ਼ ਹੋ ਜਾਓ। ਪੈਕੇਜ ਜ਼ਰੂਰ ਦਿੰਦੇ ਹਾਂ, ਉਸ ਪ੍ਰੋਫਾਈਲਸ ਨੂੰ ਦਿੰਦੇ ਹਾਂ ਜਿਸ ਪ੍ਰੋਫਾਈਲਸ ਨੂੰ ਸਾਨੂੰ ਪਤਾ ਹੁੰਦਾ, ਔਰ ਉਸ ਬੱਚੇ ਨੂੰ ਦਿੰਦੇ ਹਾਂ ਜੋ ਐਕਚੁਅਲੀ ਦੇ ਡੋਂਟ ਹੈਵ ਮਨੀ, ਜਿਨ੍ਹਾਂ ਨੇ ਕੋਈ ਘਰ ਵੇਚਣਾ ਹੈ, ਕੋਈ ਦੁਕਾਨ ਵੇਚਣੀ ਹੈ, ਕਿਸੇ ਤੋਂ ਪੈਸੇ ਲੈਣੇ ਹੈ ਰਾਈਟ ਨਾਓ, ਜਾਂ ਜਿਨ੍ਹਾਂ ਦੇ ਪੈਸੇ ਲੈਟ ਸਪੋਜ਼ ਕੈਨੇਡਾ ਦੀ ਤੁਸੀਂ ਗੱਲ ਕਰ ਰਹੇ ਹੋ 2 ਵੀ 5.5 ਨੇ, ਰਿਫਿਊਜ਼ ਨੇ, GIC ਵੀ ਨਹੀਂ ਆਈ, ਫੀਸ ਵੀ ਨਹੀਂ ਆਈ, ਉਹ 4-5 ਮਹੀਨੇ ਲੱਗਣਗੇ, ਤਾਂ ਉਹਦੀ ਵੇਟ ਕਰਨ ਦੀ ਬਜਾਏ ਡੈਫੀਨੇਟਲੀ ਦੇ ਕਮ ਫॉर ਪੈਕੇਜ ਉਹ ਲੈ ਸਕਦੇ ਕਿਉਂਕਿ ਉਹਨਾਂ ਦੀ ਫੀਸ ਉੱਥੋਂ ਵਾਪਸ ਆ ਜਾਏਗੀ। ਤਾਂ ਇਸ ਲਈ ਸੋਚ ਸਮਝ ਕੇ ਲੈਣਾ ਹੈ ਪੈਕੇਜ ਵੀ ਕਿ ਪੈਕੇਜ ਵਿੱਚ। ਅੱਛਾ, ਤੁਸੀਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਪੈਕੇਜ ਕਰਦੇ ਵੀ ਉਹ ਨੋਰਮਲ ਜੋ ਪ੍ਰੋਸੈਸ ਹੈ ਉਹਦੇ 'ਚ ਵੀ ਕਰਦੇ ਹੋ, ਤੁਸੀਂ ਕਹਿੰਦੇ ਵੀ ਪ੍ਰੈਫਰੈਂਸ ਬੱਚਾ ਦੇਵੇ, ਮੇਰੇ ਕੋਲ ਦੋਨੋਂ ਚੀਜ਼ਾਂ ਨੇ, ਮੈਨੂੰ ਪ੍ਰੈਫਰ ਗੌਰਵ ਆਪਣੇ ਆਪ 'ਚ ਕੀ ਕਰਦੇ ਨੇ ਇੱਕ ਐਜ਼ ਅ ਸਟੂਡੈਂਟ ਜੇ ਗੌਰਵ ਜੀ ਨੇ ਫਾਈਲ ਲਾਉਣੀ ਹੋਵੇ ਕੀ ਪ੍ਰੈਫਰ ਹੋਏਗਾ? ਦੇਖੋ ਅਗਰ ਮੈਂ ਫਾਈਲ ਲਾਉਣੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ 2 ਮਹੀਨੇ ਲਈ ਮੈਨੂੰ ਜ਼ਿਆਦਾ ਪੈਸੇ ਖਰਚਣ ਦੀ ਕੋਈ ਜ਼ਰੂਰਤ ਨਹੀਂ ਹੈ, ਟੂ ਬੀ ਵੈਰੀ ਫਰੈਂਕ, ਕਿਉਂਕਿ 2 ਮਹੀਨੇ 4-5 ਲੱਖ ਜਾਂ 3 ਲੱਖ ਵੱਧ ਜੋ ਵੀ ਵੱਧ ਪੈਸੇ ਲੱਗਣੇ ਹੈ, ਜਿੰਨੀ ਵੱਡੀ ਯੂਨੀਵਰਸਿਟੀ ਜਿੰਨੇ ਡਿਪੋਜ਼ਿਟ ਜ਼ਿਆਦਾ ਜਾਣੀ ਹੈ ਉਹਨਾਂ ਤੁਹਾਡੇ ਤੇ ਭਾਰ ਜ਼ਿਆਦਾ ਪੈਣਾ, ਤਾਂ ਉਹਦੇ ਲਈ ਕੋਈ ਬੈਨੀਫਿਟ ਨਹੀਂ ਹੈ ਟੂ ਬੀ ਵੈਰੀ ਫਰੈਂਕ। ਪਰ ਹਾਂ ਤੁਸੀਂ ਮਜਬੂਰ ਹੋ, ਤੁਹਾਡੇ ਕੋਲ ਯੂ ਡੋਂਟ ਹੈਵ ਮਨੀ, ਤੁਸੀਂ ਵੀਜ਼ਾ ਦਿਖਾ ਕੇ ਪੈਸੇ ਲੈਣੇ ਰਿਸ਼ਤੇਦਾਰਾਂ ਤੋਂ, ਕੁਝ ਸੇਲ ਕਰਨਾ ਹੈ,
ਫਿਰ ਮੈਂ ਬਿਲਕੁਲ ਰਿਕਮੈਂਡ ਨਹੀਂ ਕਰਦਾ ਕਿ ਤੁਸੀਂ ਪਹਿਲੇ ਪੈਸੇ ਦਿਓ ਜ਼ਮੀਨ ਜਾਇਦਾਦ ਵੇਚ ਕੇ, ਫਿਰ ਤੁਸੀਂ ਪੈਕੇਜ ਲੈ ਲਓ, ਕੋਈ ਨਹੀਂ, ਫਿਰ 2-4 ਲੱਖ ਫਾਲਤੂ ਲੱਗਦਾ ਕੋਈ ਗੱਲ ਨਹੀਂ, ਐਟਲੀਸਟ ਤੁਸੀਂ ਰਿਸਕ ਕਵਰ ਤਾਂ ਨਹੀਂ ਹੈ, ਜ਼ਮੀਨ ਤਾਂ ਨਹੀਂ ਵਿਕੂਗੀ, ਇਸ ਤਰ੍ਹਾਂ ਨਾ ਕਰੋ। ਸੈਕਿੰਡ ਚੀਜ਼, ਇੱਕ ਚੀਜ਼ ਬਹੁਤ ਜ਼ਰੂਰੀ ਹੈ ਪੈਕੇਜ ਵਿੱਚ ਵੀ ਇਹ ਦੇਖਣਾ ਕਿ ਤੁਹਾਨੂੰ ਕਿਹੜਾ ਕਾਲਜ ਮਿਲ ਰਿਹਾ ਹੈ। ਦੇਖੋ ਹੁਣ ਜਮਾ ਬਲਾਈਂਡ ਖੇਲੋਗੇ ਫਿਰ ਵੀਜ਼ਾ ਆਉਣ ਤੋਂ ਬਾਅਦ ਵੀ ਨੁਕਸਾਨ ਕਰਾ ਲਓਗੇ ਕੱਲਾ ਉਹਦਾ, ਚਾਹੇ ਉਹ ਪੈਕੇਜ ਹੈ ਚਾਹੇ ਨਹੀਂ ਹੈ, ਮਤਲਬ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਕਾਲਜ ਕਿਹੜਾ ਹੈ, ਤੁਹਾਨੂੰ ਕਿੱਥੋਂ ਕੌਣ ਰਿਪਰੈਜ਼ੈਂਟ ਕਰ ਰਿਹਾ ਹੈ, ਕੀ ਫਾਈਲ ਲੱਗ ਰਹੀ ਹੈ, ਫਿਰ ਤੁਸੀਂ ਉਸ ਤੋਂ ਬਾਅਦ ਇਫ ਯੂ ਗੈਟ ਰਿਫਿਊਜ਼, ਅਗਲਾ ਸਾਹਬ ਮਨਾ ਕਰ ਦਿੰਦਾ, ਮੈਂ ਕਿਹੜੇ ਪੈਸੇ ਲਿੱਤੇ, ਜਿਹੜਾ ਤੂੰ ਮੇਰੇ ਤੋਂ ਕੋਈ ਚੀਜ਼ ਡਿਮਾਂਡ ਕਰ ਰਿਹਾ ਮੈਂ ਨਹੀਂ ਦੇ ਰਿਹਾ, ਮੇਰੀ ਪਰਸਨਲ ਇਹ ਚੀਜ਼ਾਂ ਦਾ ਨੁਕਸਾਨ ਵੀ ਹੁੰਦਾ ਜੀ। ਨੈਕਸਟ ਸਵਾਲ ਵੱਲ ਚੱਲਦੇ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਸਰ, ਅਮਿਤ ਗੱਲ ਕਰ ਰਿਹਾ ਜੀ ਜਲੰਧਰ ਤੋਂ। ਸਰ ਮੈਂ ਆਪਣਾ ਯੂਕੇ ਸਟੱਡੀ ਵੀਜ਼ਾ ਬਾਰੇ ਪਤਾ ਕਰਨਾ ਸੀਗਾ ਜੀ। ਹਾਂਜੀ ਅਮਿਤ ਜੀ ਪੁੱਛੋ ਜੀ। ਸਰ ਮੈਂ ਆਪਣੀ ਯੂਕੇ ਦੀ +2 ਕਰੀ ਹੈ 2020 ਦੇ ਵਿੱਚ ਵਿਦ 85%। ਸਬਜੈਕਟ ਸਰ ਸਬਜੈਕਟ ਮੇਰੇ ਕੋਲ ਕਮਰਸ ਸੀਗਾ ਜੀ, ਤੇ ਮੈਂ ਯੂਕੇ ਸਟੱਡੀ ਵੀਜ਼ਾ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰਨਾ ਚਾਹੁੰਦਾ ਜੀ। ਵਿਦਆਊਟ ਆਇਲਸ? ਹਾਂ ਸਰ, ਵਿਦਆਊਟ ਮੈਂ ਆਇਲਸ ਨਹੀਂ ਕਰੀ। ਵਿਦਆਊਟ ਆਇਲਸ ਸਰ ਕੀ ਕਹਿਣਾ? ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ 85% ਹੈ। ਵੈਸੇ ਤਾਂ ਮੈਂ ਪਹਿਲੇ ਕਿਹਾ ਕਿ ਆਪਸ਼ਨਸ ਮਈ ਲਈ ਬਹੁਤ ਘੱਟ ਹੈ, ਸੈਪਟੈਂਬਰ 21 ਲਈ ਆਪਸ਼ਨਸ ਨੇ। ਉਸ ਤੋਂ ਬਾਅਦ ਸੈਕਿੰਡ ਚੀਜ਼, ਜੇ ਇਸ ਦੌਰਾਨ ਤੁਸੀਂ ਆਇਲਸ ਕਰ ਵੀ ਲਓ ਤਾਂ ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੈ, ਤੁਹਾਡੇ ਹਿੱਤ ਵਿੱਚ ਜਾਂਦਾ। ਸੈਕਿੰਡ ਚੀਜ਼, ਪਰ ਯੂਕੇ ਨੇ ਟੋਟਲੀ ਕਮਿਊਨੀਕੇਸ਼ਨ 'ਤੇ ਗੱਲ ਕਰਨੀ ਹੈ, ਯੂਨੀਵਰਸਿਟੀ ਨੇ ਵੀ ਇੰਟਰਵਿਊ ਲੈਣਾ, ਹਾਈ ਕਮਿਸ਼ਨ ਨੇ ਵੀ ਲੈਣਾ, ਤਾਂ ਉਹਦੇ ਵਿੱਚ ਸਰਟੀਫਿਕੇਟ ਲੱਗਿਆ ਜਾਂ ਨਹੀਂ ਲੱਗਿਆ ਕੋਈ ਬਹੁਤ ਵੱਡਾ ਰੋਲ ਨਹੀਂ ਹੈ ਉਹਦਾ ਨੇ ਤਾਂ ਟੋਟਲੀ ਤੁਹਾਡੀ ਕਮਿਊਨੀਕੇਸ਼ਨ 'ਤੇ ਹੀ ਡਿਸਾਈਡ ਕਰਨਾ ਹੈ ਕਿ ਤੁਹਾਨੂੰ ਕੈਸ਼ ਇਸ਼ੂ ਹੋਏਗੀ ਜਾਂ ਨਹੀਂ ਹੋਏਗੀ। ਸੈਕਿੰਡ, ਤੁਹਾਨੂੰ ਜੋ ਵੀਜ਼ਾ ਇਸ਼ੂ ਹੋਏਗਾ ਜਾਂ ਨਹੀਂ ਹੋਏਗਾ। ਯੂਨੀਵਰਸਿਟੀਜ਼ ਦਾ ਬਹੁਤ ਵੱਡਾ ਰੋਲ ਹੈ। ਯੂਨੀਵਰਸਿਟੀਜ਼ ਕਿਹੜੀਆਂ ਨੇ, ਹੁਣ ਯੂਕੇ ਵਿੱਚ ਵੀ ਇਹ ਪ੍ਰੋਬਲਮ ਹੈ ਕਿ ਬਹੁਤ ਵੱਡੀ ਚੁਆਇਸ ਨਹੀਂ ਹੈ। ਮੈਕਸਿਮਮ ਬੱਚੇ ਵੇਟ ਕਿਉਂ ਕਰਦੇ ਹੈ, ਮੈਨੂੰ ਮਹੀਨਾ ਹੋ ਗਿਆ ਜੀ ਆਫਰ ਨਹੀਂ ਆਇਆ, ਮੈਨੂੰ 2 ਮਹੀਨੇ ਹੋ ਗਏ ਜੀ ਕੈਸ਼ ਨਹੀਂ ਆਇਆ, ਕਿਉਂਕਿ ਉਹਨਾਂ ਨੇ ਯੂਨੀਵਰਸਿਟੀ ਉਹ ਲਿੱਤੀ ਹੁੰਦੀ ਜਿਹਦੇ ਡਿਪੋਜ਼ਿਟ ਬਹੁਤ ਥੋੜ੍ਹਾ ਹੁੰਦਾ। ਹੁਣ ਮੈਕਸਿਮਮ ਉਹ ਯੂਨੀਵਰਸਿਟੀ ਵਿੱਚ ਬਹੁਤ ਜ਼ਿਆਦਾ ਰਸ਼ ਹੁੰਦਾ ਜਿਹੜੀ ਯੂਨੀਵਰਸਿਟੀ ਵਿੱਚ ਡਿਪੋਜ਼ਿਟ 1000 ਹੈ 2000 ਹੈ, ਕਿਉਂਕਿ ਹਰ ਬੰਦਾ ਇਹ ਕਹਿੰਦਾ ਹੈ ਕਿ ਮੈਂ ਐਕਚੁਅਲੀ ਕੀ ਹੈ, ਅਸੀਂ ਇੰਡੀਆ ਵਿੱਚ ਪੜ੍ਹਨਾ ਚਾਹੁੰਦੇ ਹਾਂ ਤਾਂ ਸਾਡਾ ਮਾਈਂਡਸੈਟ ਇਹ ਹੈ ਵਧੀਆ ਕਾਲਜ ਹੋਵੇ, ਵਧੀਆ ਸਕੂਲ ਹੋਵੇ, ਟੀਚਰ ਬਹੁਤ ਵਧੀਆ ਹੋਵੇ, ਸਟੈਂਡਰਡ ਮੇਨਟੇਨ ਕਰਨਾ। ਬਾਹਰ ਪੜ੍ਹਨਾ ਸਾਡਾ ਇਹ ਹੈ ਕਿੱਥੇ ਵੀ ਕਾਲਜ ਦੇ ਦਿਓ ਜੀ, ਕੋਈ ਵੀ ਦੇ ਦਿਓ ਜੀ, ਪੈਸੇ ਨਹੀਂ ਖਰਚਣੇ, ਪੈਸੇ ਬਹੁਤ ਥੋੜ੍ਹੇ ਲਾਉਣੇ ਆ। ਤਾਂ ਹੁਣ ਇਹ 2 ਮਾਪਦੰਡ ਨੇ ਸਾਡੇ ਅਲੱਗ-ਅਲੱਗ ਸੇਮ ਐਜੂਕੇਸ਼ਨ ਨੂੰ ਲੈ ਕੇ, ਜਦਕਿ ਉਹੀ ਐਜੂਕੇਸ਼ਨ ਤੁਹਾਡਾ ਬੇਸ ਹੈ ਫॉर योर ਵਰਕ ਪਰਮਿਟ, ਫॉर योर PR। ਉਹੀ ਜੇ ਤੁਸੀਂ ਗਲਤ ਟਰੈਕ ਲੈ ਜਾਓਗੇ ਤਾਂ ਤੁਹਾਨੂੰ ਨੁਕਸਾਨ ਹੋਏਗਾ। ਇਸ ਲਈ ਮੈਂ ਫਿਰ ਉਹੀ ਗੱਲ ਦੱਸਣਾ ਚਾਹੁੰਦਾ ਕਿ ਕੋਈ ਵੀ ਡੀਲ ਲੈ ਲਓ, ਤੁਸੀਂ ਪੈਕੇਜ ਲੈਣਾ ਚਾਹੁੰਦੇ ਹੋ, ਤੁਸੀਂ ਸਟੈਪ ਬਾय ਸਟੈਪ ਜਾਣਾ ਚਾਹੁੰਦੇ ਹੋ, ਕੋਈ ਪ੍ਰੋਬਲਮ ਨਹੀਂ ਹੈ, ਦੋਨੋਂ ਆਪਸ਼ਨਸ ਨੇ, ਬਟ ਆਪਸ਼ਨਸ ਤੁਹਾਡੇ ਲਈ ਸੇਫ, ਸਿੰਪਲ ਔਰ ਸਿਕਿਉਰ ਹੋਣੀਆਂ ਚਾਹੀਦੀਆਂ। ਇਹ ਨਾ ਹੋਵੇ ਕਿ ਤੁਹਾਡਾ ਵੀਜ਼ਾ ਆ ਜਾਏ, ਉੱਥੇ ਜਾਓ, ਕਾਲਜ 1 ਕਮਰੇ ਦਾ ਹੋਵੇ, ਕਾਲਜ 2 ਕਮਰੇ ਦਾ ਹੋਵੇ, ਦੈਨ ਤੁਹਾਡੇ ਕੋਲ ਪੈਸੇ ਵੀ ਤੁਸੀਂ 15 ਲੱਖ ਦੇ ਆਏ ਹੋ, ਮੁੜ ਕੇ ਫਿਰ ਤੁਹਾਨੂੰ ਉੱਥੇ ਕਾਲਜ ਯੂਨੀਵਰਸਿਟੀ ਵਧੀਆ ਲੈਣ ਲਈ ਪੈਸੇ ਖਰਚਣੇ ਪੈਣ, ਤਾਂ ਫਿਰ ਕਈ ਵਾਰੀ ਬੱਚਾ ਇਸ ਚੱਕਰ ਦੇ ਵਿੱਚ। ਔਰ ਇੱਕ ਚੀਜ਼ ਇਸ ਤੋਂ ਬਹੁਤ ਬਚਣਾ ਹੈ ਕਿ ਫੇਕ ਵੀਜ਼ਾਸ ਤੋਂ। ਪੈਕੇਜ, ਕਿਉਂਕਿ ਪੈਕੇਜ ਅਸੀਂ ਐਂਡੋਰਸ ਕਰਨ ਲੱਗ ਗਏ, 5-4 ਅਸੀਂ ਬ੍ਰਾਂਡਸ ਵੱਡੇ ਪੈਕੇਜ ਕਰਦੇ ਹਾਂ, ਤਾਂ ਬਹੁਤ ਲੋਕ ਛੋਟੇ ਦੇਖ ਕੇ ਕਹਿੰਦੇ ਪੈਕੇਜ ਲੈ ਲਓ ਜੀ, ਵੀਜ਼ਾ ਨਕਲੀ ਬਣਾ ਕੇ ਦੇ ਦਿੰਦੇ, ਪੈਸੇ ਲੈ ਜਾਂਦੇ। ਤਾਂ ਉਸ ਚੀਜ਼ ਤੋਂ ਜ਼ਰੂਰ ਬਚਣਾ ਹੈ। ਇਹ ਮੇਰੇ ਕੋਲ ਤੁਸੀਂ ਪਹਿਲੇ ਵੀ ਇੱਕ ਵਾਰੀ ਦੱਸਿਆ ਸੀ, ਮੁੜ ਕੇ ਦੁਕਾਨਾਂ ਬੰਦ ਹੋ ਜਾਣੀਆਂ ਉਹ ਸਾਰੀਆਂ। ਹਾਂ ਬਿਲਕੁਲ ਇਹੀ ਹੋ ਰਿਹਾ, ਹੁਣ ਨਵਾਂ ਕਰ ਰਿਹਾ, ਖੁੱਲਦੀ ਹੈ ਦੁਕਾਨ, 22-23-25 ਬੰਦਿਆਂ ਨੂੰ ਪੈਕੇਜ ਕਹਿੰਦੇ ਆ, ਬਾਅਦ ਹੀ ਕਹਿੰਦੇ ਵੀਜ਼ਾ। ਅੱਛਾ ਬੱਚਾ ਪਹਿਚਾਣ ਹੀ ਨਹੀਂ ਸਕਦਾ। ਹੁਣ ਆਸਟ੍ਰੇਲੀਆ ਦਾ ਵੀਜ਼ਾ ਤਾਂ ਆਉਣਾ ਹੀ ਆਨਲਾਈਨ ਹੈ, ਉਹ ਸਿੰਪਲ ਟਾਈਪਡ ਵੀਜ਼ਾ ਆਉਂਦਾ ਹੈ, ਉਹਦੇ 'ਚ ਤੁਹਾਡੇ ਕੋਲ ਅੱਛਾ ਟਰੈਵਲ ਹਾਲੇ ਕਰ ਨਹੀਂ ਸਕਦੇ, ਤੁਸੀਂ 에ਅਰਪੋਰਟ ਜਾ ਕੇ ਚੈੱਕ ਕਰਾਓਗੇ ਜਾਂ ਐਮਬੈਸੀ ਚੈੱਕ ਕਰਾਓਗੇ? ਹਾਂ ਬਿਲਕੁਲ, ਤੁਸੀਂ ਕਲਾਸਿਸ ਲਾ ਸਕਦੇ ਹੋ, ਕਲਾਸਿਸ ਦੀ ਕੋਈ ਪ੍ਰੋਬਲਮ ਨਹੀਂ ਆਣੀ, ਮੁੜ ਕੇ ਨਾ ਬੰਦਾ ਮਿਲਦਾ ਨਾ। ਇਸ ਲਈ ਹਿਸਟਰੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿੰਨੇ ਟਾਈਮ ਤੋਂ ਕੰਮ ਕਰ ਰਿਹਾ ਹੈ ਜੋ ਵੀ ਕੰਸਲਟੈਂਟ ਹੈ, ਕਿੰਨੇ ਟਾਈਮ ਤੋਂ, ਕਿੰਨਾ ਵੱਡੇ ਪ੍ਰੈਮਿਸਸ ਨੇ, ਕਿੰਨਾ ਵੱਡਾ ਸਿਸਟਮ ਹੈ। ਇਹ ਨਾ ਹੋਵੇ ਕਿ 4 ਹੀ ਕੁਰਸੀਆਂ ਹੋਣ, ਜਦ ਮਰਜ਼ੀ ਚੱਕ ਕੇ ਲੈ ਜਾਏ, ਫਿਰ ਦੈਨ ਯੂ ਫੀਲ ਯੂ ਵਿਲ ਬੀ ਇਨ ਅ ਟਰਬਲ, ਚਾਹੇ ਵੀਜ਼ਾ ਆ ਗਿਆ ਚਾਹੇ ਨਹੀਂ ਆਇਆ ਜੀ। ਨੈਕਸਟ ਸਵਾਲ ਚੱਲਦੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਨਾ ਆਪਣੇ ਬ੍ਰਦਰ ਬਾਰੇ ਪੁੱਛਣਾ ਸੀ। ਹਾਂਜੀ ਹਾਂਜੀ ਪੁੱਛੋ ਭਾਜੀ। ਜੀ ਸਰ ਮੈਂ ਨਾ ਅੰਮ੍ਰਿਤਸਰ ਤੋਂ ਗੱਲ ਕਰਦਾ ਪਿਆ। ਸਰ ਮੇਰੇ ਬ੍ਰਦਰ ਨੇ ਨਾ +2 ਕੀਤੀ ਹੈ 2018 ਦੇ ਵਿੱਚ, ਤੇ ਸਰ ਉਸ ਤੋਂ ਬਾਅਦ ਆਪਾਂ ਨਾ 4-5 ਵਾਰੀ ਆਈਲੈਟਸ ਦਾ ਐਗਜ਼ਾਮ ਵੀ ਦਵਾ ਕੇ ਦੇਖ ਲਿਆ, PT ਵੀ ਕਰਵਾ ਕੇ ਦੇਖ ਲਈ, ਤੇ ਉਹਦੇ ਓਵਰਆਲ ਸੇ 1 ਤੋਂ 5.5 ਰਹਿ ਰਿਹਾ ਬਾਰ-ਬਾਰ। ਸਰ ਪੁੱਛਣਾ ਸੀ ਕਿ ਇਸ ਓਵਰਆਲ ਸੇ 1 ਤੋਂ 5.5 ਦੇ ਨਾਲ ਕੈਨੇਡਾ ਟੋਰਾਂਟੋ ਹੋ ਜੂਗਾ ਜੀ? +2 2018 ਸਬਜੈਕਟ ਤੇ ਪਰਸੈਂਟੇਜ ਵੀ ਦੱਸ ਦਿਓ ਭਾਜੀ। ਜੀ ਸਰ ਮੈਂ ਆਰਟਸ ਕੀਤੀ
ਜਸਟ ਆਰਟ ਦੇ ਵਿੱਚ ਇਹਦੇ ਸੀ 76% ਨੰਬਰ 76%। 18 ਤੋਂ 20 ਕੀ ਕੀਤਾ ਜੀ? 18 ਤੋਂ 21 ਹੋ ਮੈਂ ਗਿਆ। ਆਈਲੈਟਸ ਕਰਵਾਈ ਹੈ ਜੀ। 5 ਵਾਰੀ ਆਇਲਸ ਕੀਤੀ। ਅੱਛਾ, ਹੁਣ ਅਸੀਂ ਪਿਛਲੀ ਵਾਰ ਵੀ ਬਹੁਤ ਵਾਰੀ ਇਹ ਡਿਸਕਸ ਕੀਤਾ ਕਿ ਜਦੋਂ ਆਇਲਸ ਅਸੀਂ ਵਾਰ-ਵਾਰ ਕਰਦੇ ਹਾਂ ਔਰ ਉਹਨੂੰ ਇੱਕ ਟਰੈਕ ਦੇ ਵਿੱਚ ਲਾ ਦਿੰਦੇ ਹਾਂ ਤਾਂ ਉਹ ਵੀ ਸਾਡੇ ਲਈ ਇੱਕ ਬੜੀ ਪ੍ਰੋਬਲਮ ਹੁੰਦੀ ਹੈ, ਕਿਉਂਕਿ ਉਹ ਵੀ ਸਾਡੇ ਖਿਲਾਫ ਜਾਂਦੀ ਹੈ। ਇਹ ਚੀਜ਼ ਹਮੇਸ਼ਾ ਯਾਦ ਰੱਖਣੇ ਕਿ ਡਾਕੂਮੈਂਟਸ ਕਿੰਨੇ ਲਾਉਣੇ ਹੈ ਔਰ ਕਿਸ ਪ੍ਰਪੋਰਸ਼ਨੈਲਿਟੀ ਵਿੱਚ ਲਾਉਣੇ ਹੈ, ਕਿਹੜਾ ਲਾਉਣਾ ਕਿਹੜਾ ਨਹੀਂ ਲਾਉਣਾ, ਬਹੁਤ ਸਮਝਦਾਰੀ ਦੀ ਗੱਲ ਹੈ, ਕਿਉਂਕਿ ਜ਼ਿਆਦਾ ਡਾਕੂਮੈਂਟ ਵੀ ਤੁਹਾਡੇ ਖਿਲਾਫ ਚਲੇ ਜਾਂਦੇ ਹੈ। SOP 'ਚ ਕੀ ਲਿਖਣਾ ਹੈ, ਕਿੰਨਾ ਲੰਬਾ ਲਿਖਣਾ ਹੈ। ਹੁਣ ਬਹੁਤ ਵੱਡੇ ਪੱਧਰ 'ਤੇ ਰਿਫਿਊਜ਼ ਹੁੰਦਾ ਕਿ SOP ਦੀ ਲੈਂਗੁਏਜ ਔਰ ਬੱਚੇ ਦੀ ਇੰਗਲਿਸ਼ ਦੇ ਨੰਬਰ ਔਰ ਆਇਲਸ ਦੇ ਬੈਂਡ ਔਰ ਲੈਂਗੁਏਜ ਮੈਚ ਹੀ ਨਹੀਂ ਕਰਦੀ। ਕੰਟੈਂਟ ਰਾਈਟਰ ਲਿਖ ਦਿੰਦਾ, ਉਹ ਇਹ ਜੀ ਵੋਕੈਬਲਰੀ ਯੂਜ਼ ਕਰ ਦਿੰਦਾ ਜਿਹਦੇ 'ਚ ਵੀਜ਼ਾ ਅਫਸਰ ਨੂੰ ਵੀ ਚਾਹੇ 2-4 ਜੋ ਪੁਆਇੰਟਸ ਉਹ ਨਹੀਂ ਸਮਝ ਆ ਸਕਦੇ, ਤਾਂ ਉੱਥੇ ਉਹਨੂੰ ਸਮਝ ਆ ਜਾਂਦਾ ਕਿ ਐਕਚੁਅਲੀ ਇਹ ਬੱਚੇ ਦੀ ਹੈਂਡ ਰਿਟਨ ਨਹੀਂ ਹੈ, ਬੱਚੇ ਦੀ ਲਿਖੀ ਹੋਈ SOP ਨਹੀਂ ਹੈ। ਇਹ ਪ੍ਰੋਪਰ ਦੇਖੋ, ਅਸੀਂ ਬੱਚੇ ਨੂੰ ਗਾਈਡ ਕਰਦੇ ਹਾਂ, ਬੱਚੇ ਨੂੰ ਹੈਲਪ ਕਰਦੇ ਹਾਂ ਕਿ ਅਸੀਂ ਇਹਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ, ਇਹ ਯੂਜ਼ ਕਰ ਸਕਦੇ ਹਾਂ, ਬਟ ਵੋਕੈਬਲਰੀ ਔਰ ਸੈਂਟੈਂਸ ਔਰ ਸਟੋਰੀ ਉਹੀ ਯੂਜ਼ ਕਰਦੇ ਹਾਂ ਜੋ ਸਟੋਰੀ ਲਾਈਨ ਬੱਚੇ ਦੀ ਹੈ। ਇਨ ਕੇਸ ਹੁਣ ਆਸਟ੍ਰੇਲੀਆ ਵਿੱਚ ਇਹ ਬਹੁਤ ਹੋਏਗਾ, ਤੁਹਾਡੀ ਅਗਰ ਇੰਟਰਵਿਊ ਆ ਗਈ, SOP ਤੁਹਾਡੇ ਸਾਹਮਣੇ ਹੋਈ, ਉਹਨਾਂ ਨੇ SOP ਤੋਂ ਪੁੱਛਣਾ, ਫਿਰ ਤੁਸੀਂ ਜੇ ਉਹਨੂੰ ਕੰਪੀਟ ਹੀ ਨਹੀਂ ਕਰ ਪਾਏ, ਤੁਹਾਨੂੰ ਪਤਾ ਹੀ ਨਹੀਂ ਲਿਖ ਕੇ ਕੀ ਲਾਤਾ, ਫਿਰ ਤੁਹਾਨੂੰ ਪ੍ਰੋਬਲਮ ਜੋ ਹੈ ਉਹ ਤੁਹਾਡੇ ਸਾਹਮਣੇ ਆ ਜਾਏਗੀ। ਬੇਸਿਕਲੀ ਇਹਦਾ ਮੋਟਿਵ ਇਹੀ ਹੁੰਦਾ ਸ਼ੋਅ ਦਾ ਵੀ ਇਹ ਜਿਹੜੀ ਟੈਕਨੀਕਲਟੀਜ਼ ਛੋਟੀ ਗੱਲਾਂ ਭਾਜੀ ਸਮਝਾਉਂਦੇ ਨੇ ਉਹ ਤੁਹਾਡੇ ਲਈ ਬੜੀ ਲਾਹੇਵੰਦ ਹੈ, ਕਿਉਂਕਿ ਇਹ ਕਿਸੇ ਏਜੰਟ ਨੇ ਨਹੀਂ ਸਮਝਾਉਣੀਆਂ। ਜਦੋਂ ਤੁਸੀਂ ਕਿਸੇ ਦਫ਼ਤਰ ਜਾਂਦੇ ਹੋ ਉਦੋਂ ਇਹ ਚੀਜ਼ਾਂ ਨਹੀਂ ਦੱਸੀਆਂ ਜਾਂਦੀਆਂ, ਕਿਉਂਕਿ ਉਹ ਹੁੰਦਾ ਵੀ ਤੁਸੀਂ ਜੇ ਦਫ਼ਤਰ ਆਏ ਹੋ ਤਾਂ ਹੁਣ ਕਾਗਜ਼ ਲੈ ਲਈਏ, ਪੈਸੇ ਲੈ ਲਈਏ, ਇਨਰੋਲ ਕਰ ਲਈਏ। ਮੈਂ ਇਹ ਦੇਖਿਆ, ਇਹ ਸਾਡਾ ਸਿਰਫ ਇੱਕ ਦੇਸ਼ ਪ੍ਰਦੇਸ਼ ਹੈ ਜਾਂ ਪਲੇਟਫਾਰਮ ਹੈ, ਬਹੁਤ ਸਾਰੀ ਜਗ੍ਹਾ ਸ਼ੋਅਜ਼ ਚੱਲਦੇ ਆ, ਬਹੁਤ ਸਾਰੇ ਲੋਕ ਜਵਾਬ ਸਵਾਲ ਦਿੰਦੇ ਆ। ਮੈਂ ਬੜੇ ਸਵਾਲ ਸੁਣੇ। ਇੱਕ ਉਹਨੇ ਪੁੱਛਿਆ, ਬੱਚੇ ਨੇ ਕਿਸੇ ਸ਼ੋਅ ਦੇ ਵਿੱਚ ਕਿਸੇ ਏਜੰਟ ਨੂੰ ਕਿ ਮੈਂ ਆਸਟ੍ਰੇਲੀਆ ਰਿਫਿਊਜ਼ ਹਾਂ ਜੀ, ਮੈਨੂੰ ਕਿਆ ਉਹ ਲਾਉਣਾ ਚਾਹੀਦਾ ਆਪਦੀ ਕੈਨੇਡਾ ਦੀ ਫਾਈਲ ਵਿੱਚ? ਉਹ ਏਜੰਟ ਅੱਗੋਂ ਇਹ ਕਹਿ ਰਿਹਾ ਜੀ ਨਹੀਂ ਮੈਂ ਨਹੀਂ ਦੱਸਣਾ ਜੀ, ਇਹ ਤਾਂ ਮੈਂ ਅਪਲਾਈ ਕਰਾਂਗਾ ਤਾਂ ਦੱਸਾਂਗਾ ਕਿ ਲਾਉਣਾ ਹੈ ਕਿ ਨਹੀਂ ਲਾਉਣਾ। ਸੋ ਇਹ ਬਿਲਕੁਲ ਠੀਕ ਹੈ ਭਾਈ ਦੀ ਗੱਲ, ਬਟ ਕੋਸ਼ਿਸ਼ ਇਹੀ ਹੁੰਦੀ ਹੈ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚ ਸਕੇ। ਜਿਵੇਂ ਭਾਈ ਨੇ ਕਿਹਾ ਜੀ, ਸਾਡੇ ਜ਼ਰੂਰ ਜਿਹੜੇ ਸਕਸੈਸ ਵੀ ਦਿਖਾਓ ਤਾਂ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਪਤਾ ਨਹੀਂ ਵੀਜ਼ੇ ਆ ਰਹੇ ਕਿ ਨਹੀਂ ਆ ਰਹੇ, ਹਾਂ ਬਿਲਕੁਲ, ਉਹਨਾਂ ਦੀ ਦੁਵਿਧਾ ਜਿਹੜੀ ਉਹ ਦੂਰ ਹੋ ਪਾਏ। ਆਓ ਮਿਲਦੇ ਹਾਂ ਕੁਝ ਸਟੂਡੈਂਟ ਨੂੰ ਜਿਹੜੇ ਸੈਟਲਿੰਗ ਅਬਰੋਡ ਤੋਂ ਸਰਵਿਸਿਜ਼ ਲੈ ਚੁੱਕੇ ਹਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੈਫੀਆ ਹੈ ਤੇ ਮੈਂ ਵਾਈਫ ਆਫ ਮਿਸਟਰ ਵਿਕਰਮ ਕੁਮਾਰ ਹਾਂ। ਮੈਂ ਵਿਲੇਜ ਲਲੀਆਖੁਰਦ ਪੋਸਟ ਆਫਿਸ ਲਾਂਬੜਾ ਤੇ ਡਿਸਟ੍ਰਿਕਟ ਜਲੰਧਰ ਦੀ ਰਹਿਣ ਵਾਲੀ ਹਾਂ। ਐਕਚੁਅਲੀ ਮੈਂ ਪਹਿਲਾਂ ਡਿਗਰੀ ਕੀਤੀ ਸੀ ਬੀਟੈਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਤੇ ਉਸ ਤੋਂ ਬਾਅਦ ਮੈਂ ਮਾਸਟਰਸ ਲਈ ਅੱਗੇ ਅਪਲਾਈ ਕਰਨਾ ਚਾਹਿਆ ਕਿਉਂਕਿ ਮੇਰੇ ਹਸਬੈਂਡ UK ਰਿਟਰਨ ਸੀ ਤੇ ਓਬਵੀਅਸਲੀ ਅਸੀਂ ਵੀ ਚਾਹੁੰਦੇ ਸੀ, ਮੈਂ ਵੀ ਚਾਹੁੰਦੀ ਸੀ ਕਿ ਮੈਂ ਆਪਣੀ ਪੂਰੀ ਫੈਮਿਲੀ ਦੇ ਨਾਲ UK ਦੇ ਵਿੱਚ ਸੈਟਲ ਹੋਵਾਂ। ਤੇ ਫਿਰ ਅਸੀਂ ਮੋਹਾਲੀ ਦੇ ਵਿੱਚ ਵਾਕ-ਇਨਸ ਕਰ ਰਹੇ ਸੀ ਤੇ ਤਾਂ ਹੀ ਉਸ ਟਾਈਮ ਤੇ ਫਿਰ ਮੈਨੂੰ ਸੈਟਲਿੰਗ ਅਬਰੋਡ ਸਰਵਿਸਿਜ਼ ਦੇ ਬਾਰੇ ਪਤਾ ਲੱਗਿਆ। ਮੈਂ ਜਦੋਂ ਇੱਥੇ ਇਹਨਾਂ ਨੇ ਮੈਨੂੰ ਸਾਰਾ ਪ੍ਰੋਸੈਸ ਸਮਝਾਇਆ, ਸਾਨੂੰ ਬਹੁਤ ਹੀ ਚੰਗਾ ਲੱਗਾ। ਜਿੱਦਾਂ ਵੀ ਇਹਨਾਂ ਨੇ ਸਾਨੂੰ ਸਮਝਾਇਆ, ਵੇ ਆਫ ਜੋ ਵੀ ਇਹਨਾਂ ਦਾ ਸਾਨੂੰ ਮੈਸੇਜ ਕਨਵੇ ਕਰਨ ਦਾ ਵੀ ਸਾਨੂੰ ਬਹੁਤ ਵਧੀਆ ਲੱਗਾ ਸਾਰਾ ਇਹਨਾਂ ਦਾ। ਫਿਰ ਇਹਨਾਂ ਦੇ ਜਿੱਦਾਂ ਇਹ ਸਾਨੂੰ ਸਮਝਾਉਂਦੇ ਗਏ, ਅਸੀਂ ਇਹਨਾਂ ਦੇ ਅਕੋਰਡਿੰਗਲੀ, ਇਹਨਾਂ ਦੀ ਗਾਈਡਲਾਈਨ ਦੇ ਨਾਲ ਅਸੀਂ ਚੱਲਦੇ ਰਹੇ। ਫਿਰ ਇਹਨਾਂ ਨੇ ਸਾਡੀ ਮੇਰੀ ਡਿਗਰੀ ਦੇ ਅਕੋਰਡਿੰਗਲੀ ਇਹਨਾਂ ਨੇ ਮੇਰੀ ਆਫਰ ਲੈਟਰ ਮੰਗਵਾਈ ਤੇ ਵਿਦਿਨ 1 ਮੰਥ ਮੇਰੀ ਆਫਰ ਲੈਟਰ ਆ ਗਈ ਸੀ। ਤੇ ਉਸ ਤੋਂ ਬਾਅਦ ਜਿੱਦਾਂ ਯੂਨੀਵਰਸਿਟੀ ਦੇ ਜੋ ਮੇਰੇ ਤੋਂ ਜੋ ਇਹਨਾਂ ਦੇ ਰਿਕੁਆਇਰਮੈਂਟ ਸੀ, ਇਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕੀਤਾ ਤੇ ਹਰ ਇੱਕ ਚੀਜ਼ ਬਾਰੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਤੇ ਉਸ ਤੋਂ ਬਾਅਦ ਮੈਨੂੰ ਥੋੜਾ ਜਿਹਾ ਫੰਡਿੰਗ ਦੇ ਵਿੱਚ ਪ੍ਰੋਬਲਮ ਆਈਆਂ ਸੀ, ਬਟ ਇਹਨਾਂ ਦੀ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਸੀ ਕਿ ਇਹਨਾਂ ਨੇ ਮੈਨੂੰ ਮੇਰੇ ਫੰਡਸ ਦੇ ਵਿੱਚ ਵੀ ਬਹੁਤ ਹੈਲਪ ਕੀਤੀ। ਤੇ ਉਸ ਤੋਂ ਬਾਅਦ ਜਦੋਂ ਮੇਰੇ ਫੰਡਸ ਵਗੈਰਾ ਸਾਰਾ ਕੁਝ ਹੋ ਗਿਆ ਤੇ ਆਫਟਰ 1 ਮੰਥ ਔਰ 2 ਮੰਥਸ ਬਾਅਦ ਮੇਰੀ ਕੈਸ਼ ਲੈਟਰ ਆ ਗਈ ਸੀ। ਔਰ ਕੈਸ਼ ਲੈਟਰ ਤੋਂ ਬਾਅਦ ਨਾਲ ਹੀ ਮੇਰਾ ਫਿਰ ਇਹਨਾਂ ਨੇ ਜੋ ਵੀ ਸਾਰਾ ਕੁਝ ਸੀ ਮੇਰੀ ਇਹਨਾਂ ਨੇ ਐਮਬੈਸੀ ਦੇ ਵਿੱਚ ਫਾਈਲ ਲਗਾਈ ਤੇ ਆਫਟਰ 6 ਡੇਜ਼ ਮੇਰਾ ਵੀਜ਼ਾ ਆ ਗਿਆ ਸੀ। ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਕਿ ਇਹਨਾਂ ਨੇ ਮੈਨੂੰ ਮੇਰਾ ਵੀਜ਼ਾ ਦੇਖੋ ਮੇਰਾ ਵੀਜ਼ਾ ਵੀ ਆਫਟਰ 6 ਡੇਜ਼ ਆ ਗਿਆ ਸੀ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਤੇ ਥੈਂਕ ਯੂ ਸੋ ਮਚ ਸੈਟਲਿੰਗ ਅਬਰੋਡ ਸਰਵਿਸਿਜ਼। ਮੇਰਾ ਨਾਮ ਕੁਲਦੀਪ ਕੌਰ ਸੋਹੀ ਹੈ, ਮੈਂ ਸੰਗਰੂਰ ਦੀ ਰਹਿਣ ਵਾਲੀ ਹਾਂ। ਮੇਰੀ ਲਾਸਟ ਕੁਆਲੀਫਿਕੇਸ਼ਨ MSc IT 2011 ਚ ਪਾਸ ਆਊਟ ਹੈ। ਉਸ ਤੋਂ ਬਾਅਦ ਮੇਰਾ 9 ਸਾਲ ਦਾ ਗੈਪ ਸੀ ਤੇ ਮੈਂ 2015 ਚ ਮੇਰੀ ਮੈਰਿਜ ਹੋਈ ਤੇ ਮੇਰੇ ਹਸਬੈਂਡ ਤੇ ਮੇਰਾ ਇਹ ਡ੍ਰੀਮ ਸੀ ਕਿ ਅਸੀਂ ਫੋਰਨ ਜਾ ਕੇ ਸੈਟਲ ਹੋਈਏ। ਫਿਰ ਅਸੀਂ ਕੈਨੇਡਾ ਦਾ ਅਪਲਾਈ ਕੀਤਾ, 4 ਵਾਰ ਮੇਰਾ ਕੈਨੇਡਾ ਦਾ ਰਿਫਿਊਜ਼ਲ ਆਇਆ। ਉਸ ਤੋਂ ਬਾਅਦ ਮੈंने TV ਵਿੱਚ ਸੈਟਲਿੰਗ ਅਬਰੋਡ ਦੀ ਸਰਵਿਸ ਬਾਰੇ ਸੁਣਿਆ ਤੇ ਮੈंने ਇਹਨਾਂ ਕੋਲ ਆ ਕੇ ਆਪਣੀ ਪ੍ਰੋਫਾਈਲ ਦਿਖਾਈ ਤੇ ਇਹਨਾਂ ਤੋਂ ਪੁੱਛਿਆ ਤੇ ਇਹਨਾਂ ਨੇ ਮੈਨੂੰ UK ਬਾਰੇ ਸੁਜੈਸ਼ਨ ਕੀਤਾ ਤੇ ਇਸ ਤੋਂ ਬਾਅਦ ਮੈਂ UK ਦਾ ਅਪਲਾਈ ਕੀਤਾ ਤੇ ਮੇਰਾ 4 ਦਿਨਾਂ ਦੇ ਵਿੱਚ UK ਦਾ ਵੀਜ਼ਾ ਆ ਗਿਆ। ਥੈਂਕ ਯੂ। ਜੀ, ਮੇਰਾ ਨਾਮ ਸੰਦੀਪ ਸਿੰਘ ਆ, ਮੈਂ ਹਰੀਕੇ ਪੱਟੀ ਤੋਂ ਬਿਲੋਂਗ ਕਰਦਾ ਹਾਂ
ਤੇ ਮੈਂ 2016 ਵਿੱਚ ਆਪਣੀ +2 ਕੰਪਲੀਟ ਕੀਤੀ ਤੇ ਮੇਰੇ 73% ਨੰਬਰ ਸੀ ਤੇ ਆਫਟਰ ਦੈਟ ਮੈਂ ਆਇਲਸ ਵੀ ਕੀਤੀ ਤੇ ਉਸ ਤੋਂ ਬਾਅਦ ਮੇਰੇ 5.5 ਬੈਂਡ ਸੀ ਤੇ ਮੈਂ ਉਹਦੇ ਬਾਅਦ ਕੰਟਰੀਆਂ 'ਚ ਅਪਲਾਈ ਕੀਤਾ ਲਾਈਕ ਨਿਊਜ਼ੀਲੈਂਡ ਕੀਤਾ ਪਹਿਲਾਂ ਤੇ ਕੁਝ ਰਿਫਿਊਜ਼ਲ ਅਨਫੋਰਚੂਨੇਟਲੀ ਗਾਟ ਰਿਫਿਊਜ਼ਡ ਐਂਡ ਆਫਟਰ ਦੈਟ ਮਾਈ ਫਾਦਰ ਐਂਡ ਆਈ ਵੈਰੀ ਅਪਸੈਟ because of my visa and after that I consulted with my father and I saw the ad on TV and after that I visited to Sighting.Services Mohali and after that they guide me and good because they also gave me a suggestion of some universities like University of East London and University of Manchester but I got the offer of University of East London and after getting my offer letter I paid all my expenses fees to the university and within a 7 to 10 days I got my class letter and after that within 2 days I applied for my visa in DFS office and within 10 days I got my visa and I am very satisfied to this company and I recommended to all my near and dear ones to please once visit this office. ਸੋ ਇਹ ਸੀਗੇ ਜੀ ਕੋਈ ਸਟੂਡੈਂਟ ਜਿਨ੍ਹਾਂ ਨੇ ਆਪਣੀ ਜਿਹੜੀ ਗੱਲਬਾਤ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ। ਤੁਹਾਨੂੰ ਵੀ ਇਹਨਾਂ ਦੁਆਰਾ ਕੋਈ ਸਰਵਿਸ ਚਾਹੀਦੀ ਹੈ ਤੇ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਜਾਂ ਆਫਿਸ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਜਾਣਕਾਰੀ ਦੇ ਕੋਈ ਵੀ ਪੈਸੇ ਤੁਸੀਂ ਨਹੀਂ ਦੇਣੇ। ਸ਼ੋਅ ਦਾ ਸਮਾਂ ਨਹੀਂ ਅਲਾਉ ਕਰ ਰਿਹਾ ਬਟ ਗੌਰਵ ਜੀ ਸ਼ੋਅ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।